आज हम आपको लेकर चल रहे हैं शौर्य सैनिक अकेडमी, जो कि फिरोजपुर रोड फरीदकोट में स्थित है। शौर्य सैनिक अकेडमी बच्चों के लिए किसी वरदान से कम नहीं है। यहाँ पर फिजिकल ट्रेनिंग, रिटन पेपर और स्टूडेंट्स के लिए रहने और खाने की पूरी फैसिलिटी मौजूद है। शौर्य सैनिक अकेडमी में पंजाब ही नहीं बल्कि अलग अलग स्टेट से स्टूडेंट्स आते हैं और यहाँ आके अपना फ्यूचर बनाते हैं। यहाँ के डायरेक्टर रणजीत सिंह धालीवाल जी, जो कि मिलिट्री रिटायर्ड हैं और हमेशा ही बच्चों को गाइड करने के लिए तैयार रहते हैं। यहाँ पर आर्मी, बीएसएफ, सीआरपीएफ, सीआईएसएफ, आईटीबीपी और स्टेट पुलिस के एग्जाम्स की तैयारी करवाई जाती है। यहाँ का स्टाफ बहुत ही मेहनती और तजुर्बेकार है। रहने के लिए शौर्य सैनिक अकेडमी में बॉयज़ और गर्ल्स के लिए अलग अलग हॉस्टल्स हैं। यहाँ पर आज के टाइम की हर तरीके की मॉडर्न फैसिलिटी मौजूद है। यहाँ का खाना बहुत ही साफ सुथरा है। हमारी टीम ने यहाँ पर स्टूडेंट्स के साथ बातचीत की, जिन्होंने यहाँ के खाने की बेहद तारीफ की। अकेडमी में सुबह के टाइम विशेष तौर पर प्रोटीन डाइट का विशेष ध्यान दिया जाता है। मिलिट्री की तर्ज पर शौर्य सैनिक अकेडमी में सुबह से लेकर रात तक सारा वर्क टाइम टेबल के अकॉर्डिंग होता है। सो अगर आप भी आर्मी, बीएसएफ, सीआरपीएफ, सीआईएसएफ, आईटीबीपी, ऑल स्टेट पुलिस में अपना फ्यूचर बनाना चाहते हो तो पहुँचें शौर्य सैनिक अकेडमी फरीदकोट। हमारी टीम ने यहाँ के डायरेक्टर रणजीत सिंह धालीवाल जी के साथ बातचीत की, जिन्होंने इस अकेडमी के बारे में हमें विस्तार से जानकारी दी। आइए करते हैं बातचीत रणजीत सिंह धालीवाल जी के साथ। दर्शकों, पंजाब प्लस चैनल ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਸੈਨਿਕ ਅਕੈਡਮੀ ਫਰੀਦਕੋਟ, ਜਿਨ੍ਹਾਂ ਨੇ ਬੜੇ ਲੰਬੇ ਸਮੇਂ ਤੋਂ ਸੇਵਾਵਾਂ ਇਹ ਜਿਹੜੀਆਂ ਹੈਗੀਆਂ ਸ਼ੁਰੂ ਕੀਤੀਆਂ ਸੀਗੀਆਂ। ਖੁਦ ਜਿਹੜੇ ਹੈਗੇ ਮਿਲਟਰੀ ਤੋਂ ਰਿਟਾਇਰ ਹੋ ਕੇ ਇਹ ਸੇਵਾ ਦੇ ਵਿੱਚ ਲੱਗੇ ਰਣਜੀਤ ਸਿੰਘ ਜੀ, ਔਰ ਅੱਜ ਆਪਾਂ ਦੇਖ ਸਕਦੇ ਹਾਂ ਕਿ ਇਹਨੂੰ ਇੱਕ ਕੰਪੇਅਰ ਦੀ ਤਰ੍ਹਾਂ ਬਣਾ ਲਿਆ ਇਹਨਾਂ ਨੇ। ਆਪਾਂ ਦੇਖ ਸਕਦੇ ਹਾਂ ਕਿ ਲੜਕੇ ਔਰ ਲੜਕੀਆਂ ਦੇ ਲਈ ਇੱਕ ਸੁਨਹਿਰੀ ਭਵਿੱਖ ਦੇ ਲਈ ਉਹਨਾਂ ਦੇ ਔਰ ਦੇਸ਼ ਦੀ ਸੇਵਾ ਕਰਨ ਦੇ ਲਈ ਉਹਨਾਂ ਦੀ ਫਿਜ਼ੀਕਲ ਬੋਡੀ ਲੈਂਗੁਏਜ, ਉਹਨਾਂ ਦੀ ਫਿਟਨੈਸ, ਹਰ ਚੀਜ਼ ਦੇ ਉੱਤੇ ਇੱਥੇ ਬੜੀ ਵਧੀਆ ਸੇਵਾਵਾਂ ਜਿਹੜੀਆਂ ਦਿੱਤੀਆਂ ਜਾ ਰਹੀਆਂ। ਹੋਸਟਲ ਅਵੇਲੇਬਲ ਆ ਲੜਕੇ ਲਈ, ਲੜਕੀਆਂ ਦੇ ਲਈ, ਔਰ ਬਹੁਤ ਹੀ ਵਧੀਆ ਐਟਮੋਸਫੀਅਰ। ਜਿੱਦਾਂ ਹੁਣ ਅਸੀਂ ਦੇਖਿਆ ਕਿ ਇੱਕ ਬੱਚੀ ਨੇ ਘਰ ਜਾਣਾ ਸੀਗਾ, ਈਵਨ ਉਹਦੇ ਬ੍ਰਦਰ ਨੂੰ ਵੀ ਜਿਹੜਾ ਹੈਗਾ ਉਹ ਵੀ ਇਨਵੈਸਟੀਗੇਟ ਕੀਤਾ ਗਿਆ, ਉਹ ਤੋਂ ਵੀ ਪੁੱਛਿਆ ਗਿਆ ਚੰਗੀ ਤਰ੍ਹਾਂ ਵੀ ਤੂੰ ਆਪਣੀ ਭੈਣ ਨੂੰ ਲੈਣ ਆਇਆ ਹੈਗਾ। ਉਹਦੇ ਫਾਦਰ ਤੋਂ ਕਨਫਰਮ ਕੀਤਾ ਗਿਆ। ਬੜੀ ਸਟ੍ਰਿਕਟਨੈਸ ਆ ਲੜਕੀਆਂ ਦੇ ਲਈ, ਇੱਕ ਵਰਦਾਨ ਦੀ ਤਰ੍ਹਾਂ ਇਹ ਸਾਬਤ ਹੋ ਰਿਹਾ ਹੈਗਾ ਜਿਹੜਾ ਸੈਂਟਰ ਹੈਗਾ ਸੈਨਿਕ ਅਕੈਡਮੀ ਦਾ, ਜਿਹਦੇ ਵਿੱਚ ਹੋਸਟਲ ਫੈਸਿਲਿਟੀਆਂ ਅਵੇਲੇਬਲ ਨੇ। ਅਸੀਂ ਗੱਲ ਕਰ ਰਹੇ ਹਾਂ ਬਾਈ ਰਣਜੀਤ ਸਿੰਘ ਜੀ ਨਾਲ, ਜਿਨ੍ਹਾਂ ਨੂੰ ਅਸੀਂ ਅੱਜ ਤੋਂ 4-4.5 ਸਾਲ ਪਹਿਲਾਂ ਕਵਰ ਕੀਤਾ ਸੀਗਾ, ਔਰ ਆਪਾਂ ਦੇਖ ਸਕਦੇ ਕਿ ਉਹਨਾਂ ਸਾਲਾਂ ਤੋਂ ਬਾਅਦ ਦੇ ਵਿੱਚ ਅੱਜ ਇੱਕ ਬਹੁਤ ਹੀ ਐਸੇ ਇਨਸਾਨ ਬਣ ਕੇ ਉੱਭਰੇ ਨੇ, ਜਿਨ੍ਹਾਂ ਨੇ ਅੱਜ ਸੈਂਕੜੇ ਵਿਦਿਆਰਥੀ ਆ ਜਿਹੜੇ ਉਹ ਮਿਲਟਰੀ ਦੀਆਂ ਸੇਵਾ ਇਹਨਾਂ ਤੋਂ ਸੇਵਾ ਲੈ ਕੇ ਕਰ ਰਹੇ ਨੇ। ਸਰ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ, ਕੀ ਕਹਿਣਾ ਚਾਹੋਗੇ ਕਿ ਕਿਵੇਂ ਇਹ ਸਫ਼ਰ ਜਿਹੜਾ ਉਹ ਇੱਕ ਛੋਟੇ ਜਿਹੇ ਪਿੰਡ ਤੋਂ ਸ਼ੁਰੂ ਕੀਤਾ, ਔਰ ਹੁਣ ਆਪਾਂ ਦੇਖ ਸਕਦੇ ਹਾਂ ਕਿ ਫਰੀਦਕੋਟ ਵਿਖੇ ਇੱਕ ਬਹੁਤ ਹੀ ਮਲਟੀ ਸਪੈਸ਼ਲਿਟੀ ਜਿੱਦਾਂ ਹੁੰਦੀ ਹੈਗੀ ਆ ਇੱਕ ਇੰਸਟੀਟਿਊਸ਼ਨ, ਉਹਦੇ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਇਆ? ਬਿਲਕੁਲ, ਇਹ 'ਚ ਆਪਾਂ ਦੇਖੀ ਜਾਈਏ ਵੀ ਹੁਣ ਕੁਛ ਵਿੱਚ 2 ਸਾਲ ਕਰੋਨਾ ਰਿਹਾ, ਨਹੀਂ ਤਾਂ ਆਪਾਂ ਬਹੁਤ ਅੱਗੇ ਹੀ ਚੱਲ ਜਾਣਾ ਸੀ ਅਕੈਡਮੀ ਨੂੰ ਹੋਰ ਲੈ ਕੇ। ਪਰ ਉਸ ਦੇ ਮੁਤਾਬਿਕ ਜਿਵੇਂ ਆਪਾਂ ਸਟਾਰਟ ਕੀਤਾ ਸੀ, ਆਪਾਂ ਅੱਛੇ ਬੱਚਿਆਂ ਦਾ ਸਿਲੈਕਸ਼ਨ ਦਿੱਤਾ। ਗਰਾਊਂਡ 'ਚ ਫਿਟਨੈਸ ਜੋ ਬੱਚਿਆਂ ਦੀ ਹੋਣੀ ਚਾਹੀਦੀ ਸੀ ਉਹਨੂੰ ਪੂਰਾ ਸਹੀ ਧਿਆਨ ਨਾਲ ਰੱਖਦੇ ਹੋਏ, ਉਹਦੇ ਬਾਅਦ ਬੱਚਿਆਂ ਨੂੰ ਜੋ ਐਜੂਕੇਸ਼ਨ ਮਿਲਣੀ ਆਰਮੀ 'ਚ ਜੋ ਰਿਟਨ ਪੇਪਰ ਤਿਆਰੀ ਕਰਦੇ ਆ, ਉਹ ਸਹੀ ਰਿਟਨ ਦੀ ਤਿਆਰੀ ਖਾਸਕਰ ਪੰਜਾਬ ਸਟੇਟ 'ਚ ਬਹੁਤ ਘੱਟ ਇੰਸਟੀਚਿਊਟ ਕਰਾ ਰਹੇ ਹੈ, ਕਿਉਂਕਿ ਇਹਦੇ ਅੰਦਰ ਅਸੀਂ ਜੋ ਸਾਡਾ ਸਿਸਟਮ ਹੈ, ਸਾਡਾ 13-13, 14-14 ਘੰਟੇ ਅਸੀਂ ਸਟੱਡੀ ਕਰਵਾਉਂਦੇ ਬੱਚਿਆਂ ਨੂੰ। ਬਾਈ ਜੀ, ਜਿੱਦਾਂ ਅਸੀਂ ਦੇਖਿਆ ਕਿ ਹਰਡਲਸ ਦੀ ਗੱਲ ਕਰ ਲਈਏ ਤਾਂ ਇਹ ਇੱਕ ਐਸਾ ਤੁਸੀਂ ਨੈਟਵਰਕ ਤਿਆਰ ਕਰਤਾ, ਖੁੱਲ੍ਹੇ ਗਰਾਊਂਡਸ ਨੇ, ਔਰ ਇਹਨਾਂ ਦੇ ਵਿੱਚ ਉਹੀ ਆਰਮੀ ਦੇ ਵਿੱਚ ਜਿਹੜੀਆਂ ਉਹਨਾਂ ਲੋਕਾਂ ਨੂੰ, ਬੱਚਿਆਂ ਨੂੰ ਜਾ ਕੇ ਜਿਹੜੀ ਵੀ ਕੋਈ ਡਿਫਿਕਲਟੀ ਆ ਸਕਦੀ ਹੈ, ਉਸ ਡਿਫਿਕਲਟੀ ਤੋਂ ਪਹਿਲਾਂ ਹੀ ਉਹ ਵਾਕਫ ਹੋ ਜਾਂਦਾ ਹੈਗਾ। ਉਸੇ ਤਰੀਕੇ ਨਾਲ ਹਰਡਲਸ, ਉਸੇ ਤਰੀਕੇ ਨਾਲ ਟਰੈਕਸ ਜਿਹੜੇ ਬਣੇ ਹੋਏ ਨੇ, ਔਰ ਉਸੇ ਤਰੀਕੇ ਦੇ ਨਾਲ ਉਹਨਾਂ ਦੀ ਜ਼ਿੰਦਗੀ ਦੀ ਸ਼ੈਲੀ, ਸੁਬਾਹ ਉਹਨਾਂ ਨੇ ਜਲਦੀ ਉੱਠਣਾ, ਫਿਰ ਉਹਨਾਂ ਨੇ ਪਰਮਾਤਮਾ ਦਾ ਨਾਮ ਲੈਣਾ, ਓਟ ਆਸਰਾ ਲੈਣਾ, 4 ਧਰਮਾਂ ਦਾ ਸਾਂਝਾ ਸਥਾਨ ਬਣਾਇਆ ਤੁਸੀਂ। ਔਰ ਇਹਦੇ ਵਿੱਚ ਲੰਚ ਦੀ ਗੱਲ ਕਰ ਲਈਏ, ਡਿਨਰ ਦੀ ਗੱਲ ਕਰ ਲਈਏ, ਤਾਂ ਉਹਨਾਂ ਨੇ ਪੌਸ਼ਟਿਕ ਭੋਜਨ ਜਿਹਦੇ ਵਿੱਚ ਘਿਓ ਦੀ ਮਾਤਰਾ ਜਿਹੜੀ ਹੈਗੀ ਆ ਉਹ ਉਨੀ ਕਰਨੀ ਹੈ ਕਿ ਬੱਚਿਆਂ ਦੀ ਜਿਹੜੀ ਸਿਹਤ ਆ, ਉਹਨਾਂ ਦੀ ਜਿਹੜੀ ਬੋਡੀ ਲੈਂਗੁਏਜ ਆ ਉਹ ਬਹੁਤ ਪੋਜ਼ਿਟਿਵ ਹੋਵੇ। ਹਾਂਜੀ, ਇਹ ਪੂਰਾ ਜੋ ਬੱਚਿਆਂ ਨੂੰ ਮੈਂ ਤੁਹਾਨੂੰ ਸੁਬਾਹ ਤੋਂ ਦੱਸ ਦਿੰਦਾ ਕੀ ਸਿਸਟਮ ਹੁੰਦਾ ਵੀ ਸੁਬਾਹ ਬੱਚੇ ਜਦੋਂ ਆਪਾਂ ਰਨਿੰਗ ਵਾਸਤੇ ਉਠਾ ਲੈਂਦੇ ਹਾਂ, ਬੱਚੇ ਪਾਣੀ ਪੀ ਕੇ ਗਰਾਊਂਡ 'ਚ ਆ ਗਏ, ਉਹਦੇ ਬਾਅਦ ਉਹਨਾਂ ਨੂੰ ਪ੍ਰੈਕਟਿਸ ਕਰਾਈਏ। ਹਾਰਡ ਪ੍ਰੈਕਟਿਸ ਕਰਨ ਦੇ ਬਾਅਦ ਉਹਨਾਂ ਨੂੰ ਜੋ ਡਾਈਟ ਮਿਲਦੀ ਹੈ ਉਹ ਜਿਵੇਂ ਚਨੇ ਹੋ ਗਏ, ਰਾਤ ਦੇ ਭਿਓਏ, ਕਿਸ਼ਮਿਸ਼ ਹੋ ਗਈ, ਬਦਾਮ ਹੋ ਗਏ, ਉਹਦੇ ਨਾਲ ਮੂੰਗਫਲੀ, ਪੀਨਟ ਹੋ ਗਈ, ਸੋਇਆਬੀਨ ਹੋ ਗਈ, ਉਹ ਅਸੀਂ ਪੂਰੀ ਖੁੱਲ੍ਹੀ ਮਾਤਰਾ 'ਚ ਬੱਚੇ ਨੂੰ ਖਿਲਾਉਂਦੇ ਹਾਂ, ਤਾਂ ਕਿ ਬੱਚਾ ਕੀ ਹੈ ਕਿ ਵੀ ਬਾਅਦ 'ਚ ਉਹ 'ਚ ਸਾਰਾ ਪ੍ਰੋਟੀਨ ਹੁੰਦਾ ਹੈ, ਔਰ ਪ੍ਰੋਟੀਨ ਲੈ ਕੇ ਬੱਚੇ ਦਾ ਇੱਕ ਵਾਰ ਸਾਰੀ ਭੁੱਖ ਖਤਮ ਹੋ ਜਾਂਦੀ ਹੈ। ਉਹਦੇ ਨਾਲ ਡੇਲੀ ਫਰੂਟ ਹੁੰਦਾ ਅਕੈਡਮੀ 'ਚ, ਡੇਲੀ ਇੱਕ ਦਿਨ ਵੀ ਅਬਸੈਂਟ ਨਹੀਂ, ਸੰਡੇ ਨੂੰ ਵੀ ਫਰੂਟ ਮਿਲੇਗਾ ਬੱਚੇ ਨੂੰ, ਕਿਉਂਕਿ ਜੇ ਡਾਈਟ ਆਪਾਂ ਦੇ ਪਾਵਾਂਗੇ ਫਿਰ ਹੀ ਬੱਚਾ ਅੱਗੇ ਜਾਏਗਾ। ਅੱਗੇ ਆਪਣਾ ਆ ਜਾਂਦਾ ਖਾਣਾ,
10 ਤੋਂ 11 ਖਾਣਾ ਚੱਲਦਾ ਹੈ। ਖਾਣੇ ਦੇ ਅੰਦਰ ਤੁਹਾਨੂੰ ਚਾਵਲ, ਦਾਲ, ਸਬਜ਼ੀ, ਰੋਟੀ, ਹਰ ਚੀਜ਼ ਮਿਲੇਗੀ, ਸੈਲਡ ਮਿਲੇਗਾ। ਉਹ ਉਨੀ ਕੁਆਂਟੀਟੀ 'ਚ ਮਿਲੇਗਾ ਜਿੰਨਾ ਤੁਹਾਨੂੰ ਚਾਹੀਦਾ ਹੈ। ਉਸ ਤੋਂ ਬਾਅਦ ਫਿਰ ਇਹਨਾਂ ਨੂੰ ਅਸੀਂ ਚਾਹ ਨਹੀਂ ਦਿੰਦੇ, ਕੋਈ ਵੀ ਕਿਸੇ ਪ੍ਰਕਾਰ ਦੀ ਕੋਲਡ ਡਰਿੰਕ, ਸ਼ੋਲਡ ਡਰਿੰਕ, ਚਿਪਸ ਚੁਪਸ ਉਹ ਮੈਂ ਕੰਟੀਨ ਤੋਂ ਵੀ ਨਹੀਂ ਰੱਖਣ ਦਿੰਦਾ। ਫਿਰ ਇਹ ਸ਼ੇਕ ਪੀ ਸਕਦੇ ਆ ਜੇ ਭੁੱਖ ਲੱਗੇ ਤਾਂ, ਜ਼ਿਆਦਾ ਲੱਗੇ ਦੁੱਧ ਪੀ ਸਕਦੇ ਆ, ਦਹੀਂ ਲੈ ਲਓ, ਲੱਸੀ ਬਣਾ ਲਓ, ਜਾਂ ਆਪਾਂ ਜੋ ਫਰੂਟ ਆਇਆ ਆਪਣੇ ਕੋਲੋਂ ਫਰੂਟ ਖਾ ਲਓ ਅਕੈਡਮੀ 'ਚੋਂ। ਅਤੇ ਜੇ ਮਿੱਠਾ ਖਾਣਾ ਹੈ ਤਾਂ ਅਸੀਂ ਗੁੜ ਦਾ ਹੀ ਇਹਨਾਂ ਨੂੰ ਦੱਸਦੇ ਹਾਂ ਵੀ ਗੁੜ ਲਿਆ ਕਰੋ, ਗੁੜ ਨਾਲ ਰੋਟੀ ਖਾ ਲਓ ਜੇ ਜ਼ਿਆਦਾ ਭੁੱਖ ਲੱਗੀ ਹੈ ਤਾਂ। ਅਤੇ ਸ਼ਾਮ ਨੂੰ ਫਿਰ ਇਹਨਾਂ ਨੂੰ ਅਸੀਂ ਉਹੀ ਡਾਈਟ ਜਿਵੇਂ ਖਾਣਾ ਸਿੰਪਲ, ਅਤੇ ਇਹਦੇ ਅੰਦਰ ਘੱਟ ਮਸਾਲੇ, ਤੜਕਾ ਘੱਟ, ਉਹ ਚੀਜ਼ਾਂ ਦੀ ਚੁੱਲ੍ਹੇ ਦੀ ਰੋਟੀ ਬਣਾਉਣਾ ਮੈਂ ਸਪੈਸ਼ਲ ਕਹਿ ਕੇ ਮੈਸ ਨੂੰ, ਜੋ ਮੇਰਾ ਮੈਸ ਸਟਾਫ ਹੈ। ਚੁੱਲ੍ਹੇ ਦੀ ਰੋਟੀ ਨਾਲ ਗੈਸ ਨਹੀਂ ਬਣਦੀ, ਨਾਲੇ ਬੱਚਾ ਕੀ ਹੈ ਵੀ ਪ੍ਰੋਪਰ ਹਾਰਡ ਵਰਕ ਹੁੰਦਾ ਉਹਦਾ। ਕਾਰਬੋਹਾਈਡਰੇਟ ਜਿਹੜੀ ਬੱਚੇ ਨੂੰ ਜਿੰਨੀ ਚਾਹੀਦੀ ਹੈ ਉਨੀ ਅਸੀਂ ਦਿੰਦੇ ਹਾਂ। ਜ਼ਿਆਦਾ ਪ੍ਰੋਟੀਨ ਵਗੈਰਾ ਜੋ ਹੈ ਉਹ ਸਾਰੀ ਚੀਜ਼ਾਂ ਅਕੈਡਮੀ 'ਚ ਅਵੇਲੇਬਲ ਹੁੰਦਾ ਹੈ। ਜਿਵੇਂ ਮੇਰੀ ਹਾਈਟ 170 ਹੈ ਅਤੇ ਮੇਰਾ weight ਹੈ 80 ਕਿਲੋ, ਤਾਂ ਮੈਂ 80 ਗ੍ਰਾਮ ਪ੍ਰੋਟੀਨ ਲੈਣਾ ਹੀ ਲੈਣਾ, ਅਤੇ ਮੈਂ ਉਹਨਾਂ ਪ੍ਰੋਟੀਨ ਪੂਰਾ ਕਰਦਾ ਇਹਨਾਂ ਦਾ। ਵੀਰ ਜੀ, ਉਹਦੇ ਨਾਲ ਨਾਲ ਇਹਨਾਂ ਨੂੰ ਇੱਕ ਮੈਨਰਡ ਇਨਸਾਨ, ਇੱਕ ਪੋਜ਼ਿਟਿਵ ਇਨਸਾਨ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਤੁਸੀਂ ਕਿਵੇਂ, ਕਿਉਂਕਿ ਔਖੇ ਸਮੇਂ ਆ ਜਾਂਦੇ ਆ, ਉਦੋਂ ਤੁਸੀਂ ਗਲਤ ਡਿਸੀਜ਼ਨ ਲੈ ਗਏ, ਤੁਸੀਂ ਮਿਲਟਰੀ 'ਚ ਕੋਈ ਵੱਡੇ ਆਫਿਸਰ ਹੋ, ਕੋਈ ਗਲਤ ਡਿਸੀਜ਼ਨ ਲੈ ਗਏ, ਤੁਸੀਂ ਇਹਨਾਂ ਨੂੰ ਪ੍ਰਿਪੇਅਰ ਕਰਦੇ ਹੋ ਕਿ ਤੁਸੀਂ ਇਨਸਾਨ ਬਣ ਕੇ ਤੁਸੀਂ ਪ੍ਰੈਸ਼ਰ ਸੈਚੁਏਸ਼ਨ ਨੂੰ ਵੀ ਸਹਿਣਾ, ਇੱਕਦਮ ਜਿਹੜਾ ਹੈਗਾ ਤੇਜ਼ ਰਿਐਕਸ਼ਨ ਨਹੀਂ ਦੇਣਾ ਗਾ ਕਿਸੇ ਚੀਜ਼ ਦਾ, ਔਰ ਬਣ ਠਣ ਕੇ ਰਹਿਣਾ ਆਪਣਾ। ਇਹ ਨਹੀਂ ਹੈ ਕਿ ਤੁਸੀਂ ਰੁਲੇ ਖੁੱਲੇ ਜੇ ਰਹੋ, ਥੋੜ੍ਹਾ ਜਿਹਾ ਆਪਣੀ ਬੋਡੀ ਲੈਂਗੁਏਜ, ਤੁਹਾਡਾ ਮਾਈਂਡ ਸੈਟਅਪ, ਤੁਹਾਡੀ ਪਰਸਨੈਲਿਟੀ ਡਿਵੈਲਪਮੈਂਟ ਥੋੜ੍ਹਾ ਇੰਗਲਿਸ਼ ਵਿੱਚ ਨਾਲ ਯੂਜ਼ ਕਰਨੀ, ਮਤਲਬ ਹਰ ਇੱਕ ਤਰ੍ਹਾਂ ਦੇ ਨਾਲ। ਇਹ ਨਹੀਂ ਹੈ ਕਿ ਇਹ ਇਕੱਲਿਆਂ ਨੂੰ ਆਪਾਂ ਇੱਥੇ ਸੈਨਿਕ ਅਕੈਡਮੀ ਦੇ ਵਿੱਚ ਉਹਨਾਂ ਨੂੰ ਇੱਕ ਦੇ ਹੀ ਰਹੇ ਹੈਗੇ ਆ ਆਪਣੀ ਸਿੱਖਿਆ, ਉਹਦੇ ਨਾਲ ਨਾਲ ਉਹਨਾਂ ਨੂੰ ਇੱਕ ਕੰਪਲੀਟ, ਉਹ ਇਸ ਤੋਂ ਬਾਅਦ ਵਿੱਚ ਅਗਰ ਸੈਨਿਕ ਵੱਲ 'ਚ ਨਹੀਂ ਆਉਂਦੇ ਤਾਂ ਕਿਸੇ ਵੀ ਫੀਲਡ 'ਚ ਜਾਣ ਤਾਂ ਉਹਨਾਂ 'ਚ ਫਿਜ਼ੀਕਲ ਫਿਟਨੈਸ, ਉਹਨਾਂ ਦੀ ਬੋਡੀ ਲੈਂਗੁਏਜ, ਉਹ ਕੋਈ ਵੀ ਕੰਮ ਕਰ ਸਕਦੇ ਵਧੀਆ। ਹਾਂਜੀ, ਜਿਵੇਂ ਹੁਣ ਤੁਸੀਂ ਮੇਰੇ ਕੋਲੇ ਜੋ ਬੱਚਾ ਆਉਂਦਾ ਹੈ, ਮੈਂ ਉਹਨੂੰ ਜਿਵੇਂ ਸਫਾਈ ਦਾ ਆਪਾਂ ਲਾ ਲਓ ਵੀ ਆਪਣੀ ਸਫਾਈ ਕਿੱਦਾਂ ਰੱਖਣੀ ਹੈ, ਨਾਖੂਨ ਕੱਟਣੇ ਹੈ, ਬਾਲ ਕੱਟਣੇ ਹੈ। ਜੇ ਮੈਂ ਸਿੰਘ ਖਾਲਸਾ ਰਚਿਆ ਤਾਂ ਮੇਰੀ ਦਾੜੀ ਕੇਸ ਪ੍ਰੋਪਰ ਹੋਣੇ ਚਾਹੀਦੇ ਹੈ, ਮੈਨੂੰ ਬਾਲਾਂ ਦੀ ਸਫਾਈ ਕਰਨੀ ਚਾਹੀਦੀ ਹੈ। ਉਹਦੇ ਬਾਅਦ ਬੱਚੇ ਨੇ ਕੀ ਪੜ੍ਹਨਾ ਹੈ, ਕੀ ਦੇਖਣਾ ਹੈ, ਫੋਨ ਕਿੰਨੇ ਤੋਂ ਕਿੰਨੇ ਵਜੇ ਤੱਕ ਦੇਖਣਾ ਹੈ, ਰਾਤ ਨੂੰ ਸੋਣਾ ਮਤਲਬ ਰਾਤ ਨੂੰ 9:30 ਵਜੇ ਲਾਈਟ ਆਫ ਹੈ ਤਾਂ ਲਾਈਟ ਆਫ ਹੈ, ਕੋਈ ਜਾਗੇਗਾ ਨਹੀਂ। ਉਹ ਸਾਰਾ ਸਿਸਟਮ ਦੇਖਦੇ ਹੋਏ, ਜਿਵੇਂ ਹੁਣ ਮੰਨ ਲਓ ਇਹ ਤਾਂ ਚਲੋ ਫਿਜ਼ੀਕਲ ਵਾਲੇ ਹੈ, ਜੋ ਸਾਡੇ ਕੋਲ ਰਿਟਨ ਪੇਪਰ ਦੀ ਤਿਆਰੀ ਕਰਨ ਵਾਸਤੇ ਆਉਂਦੇ ਉਹਨਾਂ ਦਾ ਤੁਹਾਨੂੰ ਮੈਂ ਸ਼ਡਿਊਲ ਦੱਸਦਾ। ਉਹ ਬੱਚੇ ਨੂੰ ਅਸੀਂ ਸੁਬਾਹ 5:45 ਵਜੇ ਉਠਾਉਂਦੇ, ਮੈਂ ਖੁਦ ਹੀ ਉਠਾਉਣਾ ਉਹਨਾਂ ਨੂੰ, ਕਿਉਂਕਿ ਉਹ ਰੋਲ ਡਾਇਰੈਕਟਰ ਦਾ ਹੁੰਦਾ ਹੈ, ਕਿਉਂਕਿ ਬੱਚੇ ਸੀਨੀਅਰ ਹੁੰਦੇ ਹੈ ਔਰ ਕਈ ਚੀਜ਼ਾਂ ਤੋਂ ਮਤਲਬ ਕੀ ਹੁੰਦਾ ਵੀ ਉਹਨਾਂ ਨੂੰ ਜਦੋਂ ਮੈਨੂੰ ਦੇਖਦੇ ਆ ਥੋੜ੍ਹਾ ਜਿਹਾ ਭੈਭੀਤ ਹੋ ਜਾਂਦੇ ਇਸ ਚੀਜ਼ ਤੋਂ। ਤਾਂ 5:45 ਵਜੇ ਉਠਾ ਕੇ ਉਹਨਾਂ ਨੂੰ 7:30 ਵਜੇ ਚਾਹ ਮਿਲਦੀ ਹੈ, 8 ਤੋਂ 10 ਕਲਾਸ ਹੁੰਦੀ ਹੈ ਸੁਬਾਹ, 10 ਤੋਂ 11 ਖਾਣਾ ਹੁੰਦਾ ਹੈ, 11 ਤੋਂ 1 ਕਲਾਸ ਹੁੰਦੀ ਹੈ, 1 ਤੋਂ 3 ਸੋਣਾ ਹੁੰਦਾ ਹੈ, 3 ਤੋਂ 3:30 ਵਜੇ ਫਿਰ ਕਲਾਸ ਸਟਾਰਟ ਹੈ, ਦੁਪਹਿਰੇ 3:30 ਤੋਂ 5:30 ਕਲਾਸ, 5:30 ਤੋਂ 6:30 ਗੇਮ ਪਰੇਡ, 6:30 ਤੋਂ 7:30 ਰਾਤ ਦਾ ਖਾਣਾ, ਔਰ 8 ਵਜੇ ਤੋਂ ਲੈ ਕੇ ਰਾਤ ਦੇ 11:30 ਵਜੇ ਤੱਕ ਕਲਾਸ, ਜੋ ਕਿ ਰਾਤ ਨੂੰ ਅਸੀਂ 11 ਵਜੇ ਇਹਨਾਂ ਦਾ ਪੇਪਰ ਲੈਂਦੇ ਹਾਂ ਰਿਟਨ ਵਾਲਿਆਂ ਦਾ ਡੇਲੀ। ਜੋ OMR ਸੀਟ ਆਉਂਦੀ ਹੈ, ਜੋ ਗੋਲੇ ਭਰੇ ਜਾਂਦੇ ਆ, ਉਹ ਪ੍ਰੋਪਰ ਇਹਨਾਂ ਨੂੰ ਡੇਲੀ ਗੋਲੇ ਭਰਦੇ ਆ, ਇਹਨਾਂ ਦਾ ਸਹੀ ਰਿਵੀਜ਼ਨ ਹੁੰਦਾ ਹੈ। ਉਹਦੇ ਬਾਅਦ ਫਿਰ ਇਹਨਾਂ ਨੂੰ ਪੇਪਰ ਦੇ ਕੇ 11:30 ਪੌਣੇ ਵਜੇ ਰਾਤ ਨੂੰ 12 ਵਜੇ ਤੱਕ ਛੱਡ ਦਿੰਦੇ ਆ। ਫਿਰ ਇਹਨਾਂ ਦੇ ਫੋਨ ਜਮ੍ਹਾਂ ਹੁੰਦੇ ਆ, ਸੋ ਜਾਂਦੇ ਸੁਬਾਹ ਉਹੀ ਸਕੂਲ। ਵੀਰ ਜੀ, ਅਗਰ ਆਪਾਂ ਗੱਲ ਕਰ ਲਈਏ ਇਸ ਇੰਸਟੀਟਿਊਸ਼ਨ ਦੀ, ਜਿਹਨੇ ਅੱਜ ਸੈਂਕੜਿਆਂ ਦੀ ਗਿਣਤੀ 'ਚ ਵਿਦਿਆਰਥੀਆਂ ਨੂੰ ਜਿਹੜਾ ਹੈਗਾ ਵਧੀਆ ਕੋਰਸਾਂ ਦੇ ਵਿੱਚ ਜਿਹੜੀਆਂ ਮੱਲਾਂ ਮਰਵਾਈਆਂ, ਕੀ ਕਹਿਣਾ ਚਾਹੋਗੇ ਕਿ ਇੱਥੇ ਜਿਹੜਾ ਸਟਾਫ ਹੈਗਾ ਉਹਨੂੰ ਤੁਸੀਂ ਡੇਲੀ ਕਾਉਂਸਲ ਕਰਦੇ ਹੋ ਸਟਾਫ ਨੂੰ ਵੀ ਭਾਈ ਵੀ ਆਪਾਂ ਇੱਥੇ ਵਿੱਦਿਆ ਦਾ ਦਾਨ ਦੇਣਾ ਹੈਗਾ, ਔਰ ਬੱਚਿਆਂ ਨੂੰ ਵੀ ਗਾਈਡ ਕਰਦੇ ਹੋ ਵੀ ਆਹ ਸਮਾਂ ਆਪਣੇ ਆਪ ਨੂੰ ਮਾਰ ਲਓ, ਜਿਹੜਾ ਸਪੀਡ ਹੈ ਤੁਹਾਡਾ ਜਿੱਥੇ ਤੁਸੀਂ ਆਪਣੀ ਟ੍ਰੇਨਿੰਗ ਲੈਣ ਲਈ ਆਏ ਆ, ਇਹ ਸਮਝ ਲਓ ਵੀ ਅਸੀਂ ਬਿਲਕੁਲ ਆਪਣੇ ਆਪ ਨੂੰ ਜ਼ੀਰੋ ਕਰਕੇ ਮਤਲਬ ਮਿਹਨਤ ਕਰਨੀ ਹੈਗੀ ਆ। ਮਾਂ-ਬਾਪ ਦਾ ਪੈਸਾ ਬੜਾ ਔਖਾ ਪੈਸਾ, ਬਿਲਕੁਲ, ਔਰ ਅਗਰ ਤੁਸੀਂ ਇਹ ਕਰੋਗੇ ਤਾਂ ਤੁਹਾਡੇ ਨਾਲ ਦੇਸ਼ ਦੀ ਸੇਵਾ ਤਾਂ ਹੋਊਗੀ ਨਾਲ ਤੁਹਾਡਾ ਰੋਜ਼ੀ ਰੋਟੀ ਵੀ ਜਿਹੜੀ ਹੈਗੀ ਵਧੀਆ ਤਰੀਕੇ ਦੇ ਨਾਲ ਬਣੂਗੀ, ਔਰ ਤੁਸੀਂ ਅੱਗੇ ਵੀ ਲੋਕ ਸੁਸਾਇਟੀ ਦੇ ਵਿੱਚ ਇੱਕ ਸ਼ਾਨਦਾਰ ਫਿਗਰ ਦੇ ਤੌਰ ਤੇ ਜਾਓ। ਦੇਖੋ, ਜੋ ਮਾਂ ਪਿਓ ਨੇ, ਚਾਹੇ ਉਹ ਅਮੀਰ ਹੈ ਚਾਹੇ ਗਰੀਬ ਹੈ, ਇਹਦਾ ਕੋਈ ਮਤਲਬ ਆਪਾਂ ਨਹੀਂ ਰੱਖ ਸਕਦੇ, ਕਿਉਂਕਿ ਜੋ ਪੈਸਾ ਹੈ ਉਹ ਤਾਂ ਮਾਂ-ਬਾਪ ਨੇ ਬਹੁਤ ਹਾਰਡ ਵਰਕ ਹੀ ਕਮਾਇਆ ਹਰ ਬੰਦੇ ਨੇ। ਅਤੇ ਜੋ ਪੈਸਾ ਸਹੀ ਜਗ੍ਹਾ ਟਿਕਾਣੇ 'ਤੇ ਲਾਉਣ ਵਾਸਤੇ ਇਹਨਾਂ ਨੂੰ ਰਾਤ ਨੂੰ ਜੋ ਕਲਾਸਾਂ ਹੈ ਇਹਨਾਂ ਨੂੰ ਸਮਝਾਈਦਾ ਹੈ ਵੀ ਬੇਟਾ ਮਨ ਲਗਾ ਕੇ ਪੜ੍ਹਾਈ ਕਰੋ। ਹੁਣ ਤੁਹਾਨੂੰ ਮੈਂ ਦੱਸਾਂ, ਹੁਣ ਇਸ ਟਾਈਮ ਇੰਪੋਰਟੈਂਟ ਹੈ ਆਪਣਾ ਜੋ ਇਲਾਕਾ ਹੈ ਫਾਜ਼ਿਲਕਾ, ਜਲਾਲਾਬਾਦ, ਅਬੋਹਰ, ਮੁਕਤਸਰ, ਬਠਿੰਡਾ, ਫਰੀਦਕੋਟ, ਇਹ 7 ਜ਼ਿਲ੍ਹਿਆਂ ਦੀ ਹੁਣ ਭਰਤੀ ਹੋ ਚੁੱਕੀ ਹੈ, ਜਿਨ੍ਹਾਂ ਦੇ ਰਿਟਨ ਪੇਪਰ ਵਾਸਤੇ ਬੱਚੇ ਆ ਚੁੱਕੇ ਆ। ਰਾਤ ਤੱਕ ਅਸੀਂ 12-12, 14-14 ਘੰਟੇ ਸਟੱਡੀ ਕਰਾਉਂਦੇ ਹਾਂ। ਜੋ ਬੱਚਾ ਪੜ੍ਹੇਗਾ ਉਹੀ ਲੱਗੇਗਾ।
ਆਮ ਬੰਦੇ ਕੀ ਕਰਦੇ ਆ, ਚਲੋ ਜੀ ਮੈਂ ਇੱਦਾਂ ਮਤਲਬ ਇਹ ਅੱਜ ਕੱਲ੍ਹ ਕੁਛ ਨਹੀਂ ਰਹਿ ਗਿਆ। ਜੇ ਤੁਸੀਂ ਸਟੱਡੀ ਤੇ ਪੂਰਾ ਤੁਹਾਡਾ ਫੋਕਸ ਹੈ, ਜੋ ਟੀਚਰ ਹੈ ਉਹ ਵੈਲ ਐਜੂਕੇਟਡ ਟੀਚਰ ਹੈ ਜਿਨ੍ਹਾਂ ਦਾ 12 13 ਸਾਲ ਦਾ ਐਕਸਪੀਰੀਅੰਸ ਹੈ। ਔਰ ਹਰਿਆਣੇ ਰਾਜਸਥਾਨ ਤੋਂ ਸਾਰਾ ਮੇਰੇ ਕੋਲ ਸਟਾਫ ਹੈ। ਮੇਰੀ ਜੋ ਇਹ ਰਿਸੈਪਸ਼ਨ ਤੇ ਮੈਡਮ ਹੈ ਜਾਂ ਜੋ ਮੇਰੇ ਯੂਟਿਊਬਰ ਹੈ ਚੈਨਲ ਇੰਟਰਨੈਟ ਵਾਲੇ ਵੀ, ਜਾਂ ਮੇਰਾ ਕੋਈ ਵੀ ਤੁਹਾਨੂੰ ਉੱਥੇ ਸਟਾਫ ਮਿਲੂਗਾ। ਮੈਂ ਖੁਦ ਰਾਜਸਥਾਨ ਤੋਂ ਬਿਲੋਂਗ ਕਰਦਾ, ਸਾਰਾ ਰਾਜਸਥਾਨੀ ਹੈ। ਕਿਉਂ ਇਹਨਾਂ ਚੋਂ ਮਤਲਬ ਘਰੇ ਕੋਈ ਨਹੀਂ ਜਾਂਦਾ, ਮਹੀਨੇ 'ਚ 3 ਦਿਨ ਛੁੱਟੀ ਹੈ, ਪੂਰਾ ਫੋਕਸ ਅਸੀਂ ਰਾਤ ਦਿਨ ਇੱਥੇ ਲਾਉਂਦੇ। ਸਰ ਤੁਹਾਡਾ ਸਾਨੂੰ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਔਰ ਜਾਂਦੇ ਜਾਂਦੇ ਸਾਨੂੰ ਦੱਸੋ ਕਿ ਅੱਜ ਕੱਲ੍ਹ ਕਿਹੜੇ ਕੋਰਸਿਸ ਹੈ, ਕਿਹੜੇ +2 ਵਾਲੇ ਤੇ 10th ਵਾਲੇ ਬੱਚੇ ਜਿਹੜੇ ਹੈਗੇ ਆ ਉਹ ਜੁਆਇਨ ਕਰ ਸਕਦੇ ਇਸ ਅਕੈਡਮੀ? ਦੇਖੋ, ਜੋ ਬੱਚੇ ਮੈਟ੍ਰਿਕ ਪਾਸ ਹੈ, ਜੋ 10+2 ਪਾਸ ਹੈ, ਉਹ ਆ ਸਕਦੇ ਹੈ। ਆਰਮੀ, ਜੀਡੀ, ਕਲਰਕ, ਟੈਕਨੀਕਲ ਦੀ ਤਿਆਰੀ ਚੱਲ ਰਹੀ ਹੈ। ਔਰ ਸਭ ਤੋਂ ਵੱਡੀ ਗੱਲ ਹੈ ਵੀ ਹੁਣ SSC GD ਦੀ ਕਲਾਸਾਂ ਸਟਾਰਟ ਹੈ, ਜਿਹਦੀ ਬਹੁਤ ਘੱਟ ਫੀਸ ਨਾਲ ਆਪਾਂ 6 ਘੰਟੇ ਐਜੂਕੇਸ਼ਨ ਦੇ ਰਹੇ ਹਾਂ। ਔਰ ਜਿਹਦਾ ਜਨਵਰੀ 'ਚ ਪੇਪਰ ਹੋਏਗਾ। ਔਰ ਖਾਸ ਗੁੱਡ ਨਿਊਜ਼ ਇਹ ਵੀ ਹੈ ਵੀ ਜੋ ਬੱਚਾ ਪੜ੍ਹ ਗਿਆ ਉਹ ਲੱਗ ਜਾਏਗਾ। ਜੋ ਔਰ ਲੜਕੀਆਂ ਵਾਸਤੇ ਇੱਕ ਐਸਾ ਸਿਸਟਮ ਮੈਂ ਕੀਤਾ, ਲੜਕੀਆਂ ਦੀ ਮੈਂ ਫੀਸ, ਵੈਸੇ ਲੜਕੀਆਂ ਦੀ ਬॉयज़ ਦੀ ਮੇਰੀ 12,000 ਫੀਸ ਹੈ ਜੋ ਐਜੂਕੇਸ਼ਨ ਦਿੰਦੇ, ਮੈਂ ਲੜਕੀਆਂ ਦੀ 7,000 ਹੀ ਲੈ ਰਿਹਾ, ਕਿਉਂਕਿ ਮੇਰਾ ਇੱਕ ਅਲੱਗ ਪਿਆਰ ਹੈ। ਮੇਰੇ ਖੁਦ ਦੀ ਵੀ ਲੜਕੀ ਹੈ ਨਹੀਂ, ਸਿਸਟਰ ਹੈ ਨਹੀਂ, ਭੂਆ ਹੈ ਨਹੀਂ, ਅਤੇ ਮੈਂ ਇੱਕ ਬਹੁਤ ਆਪਦੇ ਇਸ ਚੀਜ਼ ਨੂੰ ਮੰਨਦਾ ਕਿ ਵੀ ਮੇਰੇ ਜੋ ਬੱਚੀਆਂ ਇਹਨਾਂ ਨੂੰ ਮੈਂ ਜਿੰਨਾ ਹੋ ਸਕਾਂ ਮੈਂ ਕਰਾਂ। ਦੂਸਰੀ ਗੱਲ ਕੀ ਹੈ ਕਿ ਬਈ ਮੇਰੇ ਹੁਣ ਛੋਟੇ ਭਾਈ ਦੀ ਇੱਕ ਗੁੜੀਆ ਹੈ, ਅਤੇ ਅਸੀਂ ਇੰਨਾ ਖੁਸ਼ ਹੁੰਦੇ ਹਾਂ ਵੀ ਜਦੋਂ ਇਹ ਲੜਕੀਆਂ ਚਲੋ ਆ ਜਾਣ, ਜੋ ਗਰੀਬ ਘਰ ਦੀਆਂ ਕੁੜੀਆਂ ਉਹਨਾਂ ਨੂੰ ਇੰਨਾ ਐਜੂਕੇਟਡ ਕਰਨਾ, ਇੰਨਾ ਉਹਨਾਂ ਨੂੰ ਸਵੇਰੇ ਸ਼ਾਮ ਫਿਜ਼ੀਕਲ ਕਰਾਉਣਾ। ਅਗਰ ਆਪਾਂ ਇੰਨਾ ਦੇਖੀਏ ਤਾਂ ਉਹਨਾਂ ਦਾ ਖਰਚਾ ਹੀ ਪੂਰਾ ਨਹੀਂ ਆਏਗਾ ਜੋ ਆਪਾਂ ਇਹ ਸੇਵਾ ਲਾ ਰੱਖੀ ਹੈ। ਇਹ ਮੈਂ ਨਹੀਂ ਲਾਈ, ਦਸ਼ਮੇਸ਼ ਪਿਤਾ ਦੀ ਕਿਰਪਾ ਹੈ। ਮੈਂ ਉਸ ਬੱਚਿਆਂ ਨੂੰ ਜ਼ਰੂਰ ਅਪੀਲ ਕਰਦਾ ਹਾਂ ਜੋ ਬੱਚੇ 10+ ਹੈ, 10+2 ਹੈ, ਅਗਰ ਉਹ ਆਰਮੀ 'ਚ ਨਹੀਂ ਜਾ ਸਕੇ, ਫਿਜ਼ੀਕਲ 'ਚ ਰਹਿ ਗਏ, ਮੈਡੀਕਲ 'ਚ ਚੜ੍ਹ ਗਏ, ਉਹ SSC GD ਦਾ ਫਾਰਮ ਭਰਨ, ਅਪਲਾਈ ਕਰਨ। 30/11 ਤੱਕ ਫਾਰਮ ਲੱਗ ਰਹੇ ਹੈ ਔਰ ਜਲਦੀ ਜਲਦੀ ਅਕੈਡਮੀ ਜੁਆਇਨ ਕਰਨ ਤਾਂ ਕਿ ਤੁਹਾਡਾ ਭਵਿੱਖ ਬਣ ਸਕੇ। ਸਰ SSC GD ਦੀ ਫੁੱਲ ਫਾਰਮ ਕੀ ਹੈ ਮਤਲਬ ਸਾਡੇ ਤੱਕ? SSC GD ਇੱਕ ਸਿਲੈਕਸ਼ਨ ਸੈਕਸ਼ਨ ਕਮਿਸ਼ਨ ਹੈ ਜਿਹਦੇ ਅੰਦਰ BSF, ਬਾਰਡਰ ਸਿਕਿਉਰਿਟੀ ਫੋਰਸ, CRPF, ਸੈਂਟਰ ਰਿਜ਼ਰਵ ਪੁਲਿਸ ਫੋਰਸ ਔਰ ITBP, ਇੰਡੀਅਨ ਤਿੱਬਤ ਬਾਰਡਰ ਪੁਲਿਸ ਔਰ CISF। ਜਿਵੇਂ ਤੁਸੀਂ ਕਹਿੰਦੇ ਹੋ ਵੀ ਜਿਵੇਂ ਆਪਾਂ ਜਹਾਜ਼ਾਂ ਦੇ ਜਿਹੜੇ ਆਪਾਂ ਬਾਹਰ ਜਾਂਦੇ ਹਾਂ ਤਾਂ ਪਾਸਪੋਰਟ ਵਗੈਰਾ ਆਪਣੇ ਚੈੱਕ ਕਰਦੀ ਹੈ ਜੋ ਪੁਲਿਸ, ਔਰ ਉਹਦੇ ਨਾਲ ਆ ਗਿਆ ਆਪਣੇ RPF, ਰੇਲਵੇ ਪੁਲਿਸ ਫੋਰਸ। ਇਹ ਸਾਰਿਆਂ ਨੂੰ ਕਾਮਨ ਕਰਕੇ SSC ਦੇ ਅੰਡਰ ਕਰਤਾ ਗਿਆ ਹੈ। ਔਰ SSC ਜੋ ਬੱਚਾ ਜਾਏਗਾ 60 ਸਾਲ ਦੀ ਨੌਕਰੀ ਹੈ, ਵੈਲ ਫਸਟ ਕਲਾਸ ਨੌਕਰੀ ਹੈ, ਕੋਈ ਦਿੱਕਤ ਨਹੀਂ। ਜੋ ਖਾਣਾ ਪਾਣੀ ਸਭ ਤੁਹਾਨੂੰ ਸਾਰਾ ਗੌਰਮੈਂਟ ਤਰਫੋਂ ਹੈ ਔਰ ਗੌਰਮੈਂਟ ਜੋਬ ਹੈ। 60 ਸਾਲ ਦੇ ਬਾਅਦ ਤੁਸੀਂ ਉੱਥੋਂ ਆਪਦੀ ਜਦੋਂ ਉਮਰ ਹੋਈ ਤੁਸੀਂ ਪੈਨਸ਼ਨ ਆ ਸਕਦੇ ਹੋ। ਦਰਸ਼ਕੋ, ਜਿਹੜੇ ਬੱਚੇ ਰਹਿ ਗਏ ਨੇ ਵੀਰ ਜੀ ਨੇ ਜਿੱਦਾਂ ਦੱਸਿਆ, ਉਹਨਾਂ ਨੂੰ ਮਾਈਂਡ ਜਿਹੜਾ ਹੈਗਾ ਉਹ ਨੈਗੇਟਿਵ ਚਲੇ ਜਾਂਦਾ, ਦਿਲ ਦੁਖਦਾ ਉਹਨਾਂ ਦਾ, ਪੇਰੈਂਟਸ ਦਾ ਦੁਖਦਾ। ਉਹਨਾਂ ਬੱਚਿਆਂ ਦੇ ਲਈ ਇਹ ਵੀ ਤੁਹਾਡਾ ਸੁਪਨਾ ਪੂਰਾ, ਜਦ BSF ਵਿੱਚ ਚਲੇ ਜਾਓ, ਚਾਹੇ ਤੁਸੀਂ ਕਿਸੇ ਵੀ ਫੀਲਡ 'ਚ ਚਲੇ ਜਾਓ, ਜੇ ਤੁਸੀਂ ਮਤਲਬ ਇਹ ਸੇਵਾ ਚਾਹਣਾ ਤਾਂ ਇਹ ਸੇਵਾ ਇੱਕੋ ਜਿਹੀ ਸੇਵਾ ਹੈਗੀ ਆ। ਵੀਰ ਜੀ ਤੁਹਾਡਾ ਸਾਨੂੰ ਸਮਾਂ ਦੇ ਲਈ ਧੰਨਵਾਦ। ਠੀਕ ਹੈ ਜੀ। ਔਰ ਇੱਕ ਮੈਂ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ, ਜੋ ਸਟੇਟ ਪੁਲਿਸ ਦੀ ਤਿਆਰੀ ਕਰ ਰਹੇ ਆ, ਜਿਵੇਂ ਹੁਣ ਮੇਰੇ ਕੋਲ SHO ਲੜਕੀਆਂ ਤਿਆਰੀ ਕਰਕੇ ਗਈਆਂ, ਜਾਂ ਕੋਈ ਜਿਵੇਂ ਮੈਂ ਹੁਣ ਪੰਜਾਬ 'ਚ ਬੈਠਾ ਤੇ ਪੰਜਾਬ ਪੁਲਿਸ ਹੋ ਗਿਆ, ਰਾਜਸਥਾਨ ਪੁਲਿਸ ਦੇ ਆ ਰਹੇ ਹੈ, ਹਰਿਆਣਾ ਪੁਲਿਸ ਦੇ ਆ ਰਹੇ ਹੈ, JNK ਪੁਲਿਸ ਦੇ ਆ ਰਹੇ ਹੈ। ਤੋ ਜੋ ਸਿਲੇਬਸ ਹੈ LDCT ਲੋਅਰ ਡਿਵੀਜ਼ਨ ਕਲਰਕ ਦਾ, ਜੋ ਸਟੇਟ ਪੁਲਿਸ ਦਾ, ਜਿਵੇਂ ਆਪਾਂ ਪਟਵਾਰੀ ਚਲਾ ਲਈਏ ਜਾਂ ਆਪਾਂ SSC GD ਦੇ ਜਿੰਨੀ ਆਪਸ਼ਨਸ ਆ ਉਹਦੇ ਲਾ ਲਈਏ, ਆਰਮੀ ਦਾ, ਇਹ ਤਕਰੀਬਨ ਮਿਲਦਾ ਜੁਲਦਾ ਸਿਲੇਬਸ ਹੈ। ਮੈਥਮੈਟਿਕਸ, ਰੀਜਨਿੰਗ, GK ਸਾਇੰਸ, ਹਿੰਦੀ, ਇੰਗਲਿਸ਼, ਤੇ ਉਹ ਪ੍ਰੋਪਰ ਆਪਾਂ ਕਲਾਸਾਂ ਨਾਲ ਕਰਵਾ ਰਹੇ ਹਾਂ। ਅਗਰ ਕਿਸੇ ਬੱਚੇ ਨੇ ਵੀ ਇਹਦੀ ਐਜੂਕੇਸ਼ਨ ਲੈਣੀ ਹੈ ਆ ਸਕਦਾ ਹੈ। ਮੈਂ ਕੀ ਕਰਦਾ, ਜੋ ਆਰਮੀ BSF ਵਾਸਤੇ ਬੱਚੇ ਆ ਰਹੇ SSC ਵਾਸਤੇ, ਉਹਦਾ ਪਹਿਲਾਂ ਮੈਡੀਕਲ ਟੈਸਟ ਹੋਏਗਾ। ਅਗਰ ਉਹ ਬੱਚਾ ਐਲੀਜੀਬਲ ਹੈ, ਅਗਰ ਉਸ ਦੇ ਮੁਤਾਬਿਕ ਉਹ ਫਿੱਟ ਹੈ ਤਾਂ ਰੱਖਾਂਗੇ, ਅਨਫਿੱਟ ਹੈ ਤਾਂ ਆਪਾਂ ਉਹਨੂੰ ਉਹਦੀ ਫੀਸ ਬਰਬਾਦ ਨਹੀਂ ਕਰਨ ਦੇਵਾਂਗੇ। ਥੈਂਕ ਯੂ ਸਰ। ਤੁਹਾਡਾ ਦਰਸ਼ਕੋ, ਕੋਈ ਵੀ ਆਪਣੇ ਫੋਨ ਨੰਬਰ ਨੀਚੇ ਚੱਲ ਰਿਹਾ, YouTube ਦਾ ਇਹਨਾਂ ਦਾ ਜਿਹੜਾ ਚੈਨਲ ਬਣਿਆ ਹੋਇਆ ਜਿਹਦੇ ਤੇ ਰੋਜ਼ ਵੀਡੀਓਜ਼ ਪਾਉਂਦੇ ਆ, ਔਰ 40,000 ਦੇ ਕਰੀਬ ਇਹਨਾਂ ਦੇ ਵੀ ਸਬਸਕ੍ਰਾਈਬਰ ਨੇ, ਉਹ ਵੀ ਨੀਚੇ ਤੁਹਾਨੂੰ ਦਿੱਤਾ ਗਿਆ। ਇੰਸਟਾ ਦਾ ਵੀ ਤੁਹਾਨੂੰ ਦਿੱਤਾ ਗਿਆ ਔਰ ਇਹਨਾਂ ਦੇ ਫੋਨ ਚੱਲ ਰਿਹਾ। ਤੁਸੀਂ ਕਦੋਂ ਮਰਜ਼ੀ ਕੰਟੈਕਟ ਕਰ ਸਕਦੇ ਹੋ। ਫਰੀਦਕੋਟ ਤੋਂ ਫਿਰੋਜ਼ਪੁਰ ਆਪਾਂ ਜਾਂਦੇ ਹੈਗੇ ਆ, ਐਡੀਸਨ ਸਕੂਲ ਹੈਗਾ, ਉਹਦੇ ਨਾਲ ਹੀ ਜਿਹੜੀ ਹੈਗੀ ਅਕੈਡਮੀ, ਬੜੀ ਪਿਆਰੀ ਅਕੈਡਮੀ, ਬੜੇ ਖੁੱਲ੍ਹੇ ਡੁੱਲੇ ਸਥਾਨ 'ਚ ਬਣੀ ਹੋਈ ਹੈਗੀ ਆ। ਉਹ ਵੀ ਅੱਜ ਅਸੀਂ ਮਤਲਬ ਮੈਡਮ ਨੂੰ ਕਹਾਂਗੇ ਕਿ ਉਹ ਸਾਰੀ ਅਕੈਡਮੀ ਦੀ ਵੀ ਸਾਨੂੰ ਵਿਜ਼ਿਟ ਕਰੋ। ਬਿਲਕੁਲ, ਮੈਂ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਐਕਚੁਅਲੀ ਪੰਜਾਬ ਰੈਜੀਮੈਂਟ 'ਚੋਂ ਰਿਟਾਇਰਮੈਂਟ ਹੈ ਔਰ 18 ਸਾਲ ਨੌਕਰੀ ਕਰਕੇ ਮੈਂ ਆਰਮੀ 'ਚੋਂ ਆਇਆ ਔਰ 2015 28 ਫਰਵਰੀ ਨੂੰ ਮੈਂ ਰਿਟਾਇਰਮੈਂਟ ਲੈ ਲਈ ਸੀ ਆਰਮੀ 'ਚੋਂ। ਔਰ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ, ਮੈਂ ਉਸ ਪ੍ਰਕਾਰ ਦਾ ਇੱਕ ਜ਼ਿੰਦਗੀ 'ਚ ਇਹ ਚੀਜ਼ ਸੋਚੀ ਸੀ ਵੀ ਮੈਂ ਡਿਸਪਲੇ ਤਿਆਰ ਕਰਾਂ,
ਜੋ ਮੈਂ ਫੌਜ 'ਚ ਦੇਖਿਆ ਸੀ। ਅੱਜ ਮੈਂ ਉਹੀ ਸਿਸਟਮ ਤਿਆਰ ਕਰਤਾ ਹੈ। ਜੋ ਆਰਮੀ ਮੈਨ ਮੇਰੇ ਐਕਸ ਸਰਵਿਸਮੈਨ ਗੱਲ ਸੁਣ ਰਹੀ ਹੈ, ਜ਼ਰੂਰ ਸੁਣਿਓ। ਮੈਂ ਉਵੇਂ ਅਲਫਾ ਕੰਪਨੀ, ਬ੍ਰੇਵੋ ਕੰਪਨੀ, ਚਾਰਲੀ ਕੰਪਨੀ, ਡਾਲਟਾ ਕੰਪਨੀ, ਹੈਡਕੁਆਟਰ ਕੰਪਨੀ, ਮੈਸ ਏਰੀਆ ਔਰ ਗੁਰਦੁਆਰਾ ਮੰਦਰ, ਜਿਮ, ਕਲਾਸਰੂਮ, ਇਹ ਸਾਰਾ ਸਿਸਟਮ ਤੁਹਾਨੂੰ ਹੁਣ ਦਿਖਾਣਗੇ, ਤੁਸੀਂ ਦੇਖਿਓ। MA ਰੂਮ, ਗੈਸਟ ਰੂਮ, ਕੋਚ ਰੂਮ, ਡਾਇਰੈਕਟਰ ਰੂਮ, ਕੋਈ ਕਿਸੇ ਪ੍ਰਕਾਰ ਦੀ ਕੋਈ ਤੰਗੀ ਨਹੀਂ ਹੈ। ਔਰ ਉਵੇਂ ਸਟੋਰ ਬਣਾਤੇ ਜਿਵੇਂ ਅਲਫਾ ਦਾ ਸਟੋਰ, ਬ੍ਰੇਵੋ ਦਾ ਸਟੋਰ, ਜਿਵੇਂ ਮੇਰੀ ਅਸੀਂ ਫੌਜ 'ਚ ਦੇਖਿਆ ਸੀ। ਤੇ ਵਿਜ਼ਿਟ ਕਰੋ ਤੇ ਤੁਹਾਨੂੰ ਜੋ ਬੱਚਾ ਦਵਾਂਗੇ ਸਿਲੈਕਸ਼ਨ ਦੇਣ ਦਾ ਵੀ ਆਪਾਂ ਪੂਰੀ ਜ਼ਿੰਮੇਵਾਰੀ ਲਵਾਂਗੇ। थैंक यू। नमस्कार दोस्तों, मैं जसकरण सिंह, शौर्य सैनिक एकेडमी फरीदकोट पंजाब से। मैं यहाँ पे YouTube इंटरनेट का सारा काम यहाँ एकेडमी का देखता हूँ और आज आपको मैं पूरी एकेडमी का विज़िट करवाता हूँ। यहाँ पे हमारे जो गर्ल्स हॉस्टल है, गर्ल हॉस्टल का, मैस का और अल्फा, ब्रेवो और डेल्टा कंपनी, जहाँ पे खाना वगैरह और कंटीन वगैरह आपको सब प्रॉपर दिखाता हूँ। और बाद में आपको ग्राउंड भी दिखाते हैं कि ग्राउंड के अंदर हम बच्चों को क्या क्या फैसिलिटीज़ देते हैं और कौन कौन से ऑप्टिकल्स उनको करवाए जाते हैं, वो सारा कुछ आपको दिखाते हैं। आइए सर चलते हैं, आपको दिखाते हैं। सबसे पहले ऑफिस और गर्ल्स हॉस्टल एकेडमी का ऑफिस हो गया सर। ये जो सामने है ये हमारा कोच ऑफिस है, जहाँ पे हम बच्चों का मेडिकल वगैरह करते हैं और कोच बैठते हैं। कोच पूरा प्रॉपर उसका मेडिकल करते हैं बच्चों का। मेडिकल करने के बाद ही बच्चों को एकेडमी में एंट्री दी जाती है। सर गर्ल हॉस्टल में ये हमारे हॉस्टल वार्डन है मैम साक्षी शर्मा जी। अब ये आपको गर्ल हॉस्टल दिखाएंगे। गुड आफ्टरनून सभी को। मैं यहाँ की वार्डन हूँ साक्षी शर्मा। जैसे कि आप देख सकते हैं हमारे यहाँ पे सभी प्रकार की फैसिलिटीज़ आपको मिल जाएगी। गर्ल्स के लिए स्पेशल यहाँ पे हमने रखा है हॉस्टल है, जो कि प्रॉपर CCTV से कवरेज है। आप उधर देख सकते हैं, यहाँ पे CCTV है। ठीक है, फैमिली मेम्बर होगा जो भी है, हम उसको अलग से बिठाते हैं। किसी को भी गर्ल्स के रूम में जाना अलाउड नहीं है, मदर को भी नहीं है। इवन हम इतनी सिक्योरिटी रखते हैं। आप आगे आइए, आपको दिखाते हैं। यहाँ से पूरा बंद है लड़कियों के लिए। यहाँ पे वाटर एरिया है, पानी वगैरह पी सकती हैं लड़कियाँ। वो उधर से उधर भी CCTV लग गया। यहाँ पे हमारी लाइब्रेरी बनी हुई है लड़कियों के लिए। अगर कोई रात को लेट तक पढ़ना चाहती है तो किसी को डिस्टर्ब करे बिना वो लाइब्रेरी में पढ़ सकती है। ये हमारे रूम्स है, यहाँ से लड़कियों के रूम स्टार्ट हो जाते हैं। यहाँ पे क्या है, हमने सबको 7 बेड की फैसिलिटीज दी हुई है। जैसे कि आप देख सकते हैं बच्चे पढ़ाई कर रहे हैं। ਤੇ ਤੁਸੀਂ ਦੱਸੋ ਵੀ ਜਦੋਂ ਦੇ ਤੁਸੀਂ ਇੱਥੇ ਆਏ ਹੋ ਤੁਹਾਨੂੰ ਇੱਧਰ ਦਾ ਮਾਹੌਲ ਕਿਵੇਂ ਦਾ ਲੱਗਿਆ ਹੈ ਤੇ ਇੱਧਰ ਦਾ ਖਾਣਾ ਵਗੈਰਾ, ਇੱਧਰ ਦੀ ਪੜ੍ਹਾਈ ਵਗੈਰਾ, ਫਿਜ਼ੀਕਲ ਵਗੈਰਾ ਕਿਵੇਂ ਦੀ ਲੱਗੀ ਹੈ? ਸਭ ਸਾਰਾ ਸਹੀ ਆ। ਡਾਈਟ ਵੀ ਇੱਥੇ ਵਾਧੂ ਫਰੂਟ ਖਾਣ ਨੂੰ ਸਵੇਰ ਮਿਲਦੇ ਆ, ਖਾਣਾ ਵੀ ਵਧੀਆ ਮਿਲਦਾ ਹੈ। ਸਭ ਸਾਰਾ ਸਹੀ ਹੈ। ਪ੍ਰੈਕਟਿਸ ਵਗੈਰਾ ਤੁਹਾਡੇ ਕੋਚ ਵਗੈਰਾ ਕਿਵੇਂ ਕਰਾਉਂਦੇ ਆ? ਕੋਚ ਵਧੀਆ ਕਰਾਉਂਦੇ ਆ। ਕਿਹੜੇ ਪਿੰਡੋਂ? ਸਾਡਾ ਫਿਰੋਜ਼ਪੁਰ ਪਿੰਡ, ਸਾਡਾ ਲੱਖਾ ਜੀ ਆ। ਠੀਕ ਹੈ ਜੀ। ਜਿਵੇਂ ਕਿ ਤੁਸੀਂ ਗੁੜੀਆ ਦੀ ਗੱਲ ਸੁਣੀ ਹੈ, ਇੱਕ ਹੋਰ ਹੈ ਉਹਦੀ ਸਿਸਟਰ ਹੈ। ਇੱਥੇ ਸਿਸਟਰਸ ਵੀ ਬਹੁਤ ਆਉਂਦੇ ਆ ਆਲੇ ਬਟੇ ਅੱਗੇ। ਤੇ ਇੱਥੇ ਕੀ ਹੈ ਵੀ ਜਿਹੜਾ ਵੀ ਬੱਚਾ, ਇਹਨਾਂ ਦੇ ਭਰਾ ਵਗੈਰਾ ਵੀ ਇੱਥੇ ਹੀ ਪੜ੍ਹਦੇ ਆ। ਆਪਣੇ ਸਾਰੇ ਫੈਸਿਲਿਟੀਜ਼ ਹੈ, ਕੋਈ ਡਰ ਨਹੀਂਗਾ। ਰਾਤ ਨੂੰ ਉਧਰ ਜਿਹੜਾ ਗੇਟ ਤੁਸੀਂ ਜਿੱਥੋਂ ਐਂਟਰ ਹੋਏ ਹੋ ਉਹਨੂੰ ਲੋਕ ਕਰਦੇ ਆ ਅਸੀਂ ਰਾਤ ਨੂੰ ਵੀ। ਕੁੜੀਆਂ ਦੀ ਪੂਰੀ ਸੇਫਟੀ ਹੈ। ਮੈਂ 24 ਘੰਟੇ ਇਹਨਾਂ ਦੇ ਉੱਤੇ ਹੀ ਰਹਿੰਦੀ ਹਾਂ। ਤੁਸੀਂ ਦੱਸੋ ਬੇਟੇ, ਇੱਧਰ ਦੀ ਪੜ੍ਹਾਈ ਵਗੈਰਾ ਤੇ ਇੱਧਰ ਫਿਜ਼ੀਕਲ ਵਗੈਰਾ? ਬਹੁਤ ਵਧੀਆ, ਸਭ ਕੁਝ। ਸਾਨੂੰ ਹਰ ਚੀਜ਼ ਦੀ ਜ਼ਰੂਰਤ ਆ ਜੋ ਉਹ ਸਾਨੂੰ ਹਰ ਚੀਜ਼ ਮਿਲਦੀ ਹੈ ਇੱਥੋਂ। ਸਾਨੂੰ ਕਿਸੇ ਬੇਟਾ ਸਰਦੀ ਆ ਗਈ, ਹੁਣ ਠੰਡ ਤਾਂ ਨਹੀਂ ਲੱਗਦੀ ਇੱਥੇ? ਜੀ ਨਹੀਂ, ਬਹੁਤ ਵਧੀਆ ਰੂਮ ਹੈ ਇੱਥੇ। ਦੇਖ ਰਹੇ ਹੋ ਇੱਥੇ ਆਪਣਾ ਵਾਸ਼ਰੂਮ ਏਰੀਆ ਹੈ ਤੇ ਇੱਧਰ ਕੁੜੀਆਂ ਸਵੇਰੇ ਸ਼ਾਮ ਪੂਰੀ ਸਫਾਈ ਰੱਖਦੀ ਹੈ। ਨਾਲੇ ਆਪਣੇ 10 ਬਾਥਰੂਮ ਹੈ ਤੇ 10 ਹੀ ਟਾਇਲਟ ਹੈ। ਠੀਕ ਹੈ ਜੀ। ਤੇ ਕੀ ਹੈ ਕਿ ਕੋਈ ਉਹ ਚੱਕਰ ਨਹੀਂਗਾ ਵੀ ਹਾਂ ਵੀ ਬੱਚਿਆਂ ਨੂੰ ਪ੍ਰੋਪਰ ਮਿਲੇ ਨਾ। ਇੱਥੇ ਆਪਣੇ 70 ਦੇ ਕਰੀਬ ਗਰਲਸ ਹੈ ਆਪਣੇ ਕੋਲੇ ਤੇ ਸਾਰਿਆਂ ਨੂੰ ਪੂਰਾ ਟਾਈਮ ਮਿਲਦਾ ਹੈ ਆਰਾਮ ਨਾਲ ਵਾਸ਼ਰੂਮ ਯੂਜ਼ ਕਰਨ ਦਾ। ਕੋਈ ਕਿਸੇ ਚੀਜ਼ ਦੀ ਤੰਗੀ ਨਹੀਂ ਗੀ ਕੁੜੀਆਂ ਨੂੰ ਇੱਧਰ। ਹੁਣ ਤੁਸੀਂ ਜਿਵੇਂ ਦੇਖ ਸਕਦੇ ਹੋ ਇੱਥੇ ਅਸੀਂ ਛੋਟਾ ਜਿਹਾ ਮੰਦਿਰ ਬਣਾਇਆ ਹੈ ਜਿਸ 'ਚ ਅਸੀਂ ਸਾਰੇ ਧਰਮਾਂ ਨੂੰ ਇੱਕੋ ਸਮਾਨ ਰੱਖਿਆ ਹੈ। ਇੱਥੇ ਤੁਸੀਂ ਦੇਖ ਸਕਦੇ ਹੋ ਆਪਣੇ ਬਾਈਬਲ ਵੀ ਪਈ ਹੈ, ਗੁਰੂ ਗ੍ਰੰਥ ਸਾਹਿਬ ਵੀ ਪਈ ਹੈ ਤੇ ਚਾਲੀਸਾਂ ਵਗੈਰਾ ਵੀ ਪਏ ਹੈ। ਠੀਕ ਹੈ ਜੀ। ਅਸੀਂ ਕਿਸੇ ਵੀ ਧਰਮ 'ਚ ਕੋਈ ਭੇਦ ਨਹੀਂ ਰੱਖਦੇ। ਕੋਈ ਵੀ ਬੱਚੇ ਨੂੰ ਜਦੋਂ ਐਵੇਂ ਫੀਲ ਹੁੰਦਾ ਵੀ ਅਸੀਂ प्रेयर करनी है वो इत्थे आके आराम नाल कर सकता है। आइए अब मैं आपको लेके चलता हूँ हमारी अल्फ़ा कंपनी में। ये हमारी अल्फ़ा कंपनी है इधर, ये सामने।
और इस अल्फ़ा कंपनी के अंदर ही अगर हमारे डायरेक्टर साहब ने रेस्ट करना होता है तो ये उनका डायरेक्टर रेजिडेंस, और अगर बच्चों को कोई मेडिकली प्रॉब्लम आती है तो उनको दवाई वगैरह देने के लिए ये MI रूम है। MI रूम आपको अंदर से दिखा देता हूँ, ठीक है। ये ऐसे अंदर से बेड लगे हुए हैं, जो बच्चा बीमार होता है बेड के ऊपर लिटा दिया जाता है, डॉक्टर साहब आते हैं, बैठते हैं यहाँ पे और उसको प्रॉपर चेक करते हैं। चेक करने के बाद जब उसका फुल ट्रीटमेंट हो जाता है, बच्चा बिल्कुल ओके हो जाता है, फिर MI रूम से उसको बाहर निकाला जाता है। अब ये आगे आ गया उसके गेस्ट रूम आ गया। गेस्ट रूम के अंदर जैसे कोई पेरेंट्स फैमिली दूर से आई होती है बच्चे के साथ, उसको ठहराया जाता है। जैसे कई बच्चे हमारे जम्मू से आते हैं तो उनके लिए पेरेंट्स जो आते हैं वो यहाँ पे रुक जाते हैं। अब ये आगे यहाँ से ये कमरे शुरू हो गए बच्चों के, और इसके अंदर हम जैसे अभी हमारे पेपर चल रहे हैं, पेपरों वाले जो बच्चों का सिलेक्शन हो चुका है, वो बच्चे पेपर की तैयारी के लिए आए हैं, वो सभी यहाँ पे अल्फ़ा कंपनी में रुकते हैं। अल्फ़ा और ब्रेवो कंपनी में, ऊपर ब्रेवो कंपनी में मैं आपको वो भी दिखाता हूँ। अभी मैं आपको बच्चों के कमरे दिखा देता हूँ। हमारे बच्चों के कमरे हैं जहाँ पे जैसे आपको पहले दिखाए कमरे, जैसे लड़कियों के 7 कमरे 7 ही बेड लगते हैं, वैसे ही लड़कों के भी 7 ही बेड लगते हैं। वैसे आप देख सकते हो अभी भी जगह कितनी खुली बची हुई है, आप आराम से 2 बेड लगा सकते हो, लेकिन नहीं, हम 7 ही बच्चे एक कमरे में अलाउ करते हैं और उनके साथ ही बेड लगाए जाते हैं। यहाँ पे अगर जैसे रात के 12 बजे के बाद अगर कोई बच्चा पढ़ना चाहता है तो अपने यहाँ पे अब बैठ के आराम से पढ़ता रहता है। जैसे आपको नीचे अल्फ़ा कंपनी दिखाई थी, अब ये हमारी आ गई ब्रेवो कंपनी। B कंपनी मीन्स ब्रेवो कंपनी। ब्रेवो कंपनी में भी आप देखिए वैसे ही जो नीचे अल्फ़ा कंपनी में कमरे बने हुए थे वैसे ही कमरे बने हुए हैं, वैसे ही प्रॉपर हमारे स्टूडेंट रुकते हैं। यहाँ पे इसके एक साइड के अंदर हमारे जो रुकते हैं, जो एग्ज़ाम की तैयारी के लिए आते हैं बच्चे, वो रुकते हैं, और एक साइड जो ये वाली साइड है इसके अंदर हमारे फिजिकली जो तैयारी करने के लिए बच्चे आते हैं वो रोके जाते हैं। ये सारे जो बच्चे आप देख रहे हो यहाँ पे सारे के सारे बच्चे जो रुकते हैं इन कमरों में, वो सारे के सारे फिजिकली तैयारी करने के लिए आते हैं। जैसे हमारे आ गई चार्ली कंपनी आ गई। चार्ली कंपनी में जैसे आपके ब्रेवो कंपनी दिखाई, अल्फ़ा कंपनी दिखाई है, उसी हिसाब से हमारी चार्ली कंपनी बनी हुई है। इसके इस साइड भी कमरे हैं, इधर भी कमरे हैं, और सारे कमरे आगे वो सामने आगे इसके बाथरूम। जैसे कंपनी है अलग कंपनी, अलग ही उसके बाथरूम वॉशरूम वगैरह सब कुछ अलग ही बना हुआ है। यहाँ से ये देखिए भाई साहब, यहाँ से ये है हमारी एकेडमी का खुद का ग्राउंड है ये, ठीक है जी। ये ट्रैक है, जो ये आप ट्रैक देख रहे हो साथ साथ, इस ट्रैक की जो लंबाई है वो है 405 मीटर। 400 मीटर का वैसे होता है, लेकिन हमने बनाया है 405 का, क्योंकि अगर मुश्किल से आसानी की तरफ बाद में दौड़ना पड़ेगा बच्चे को, वो आसान रहता है, लेकिन अगर आसान से मुश्किल पर दौड़ता है तो उससे दौड़ा नहीं जाता। ये हमारी एकेडमी के आगे डेल्टा कंपनी मैस डेल्टा कंपनी मतलब जिसके अंदर जो खाना बनाने वाली कंपनी है वो सारी आ गई। और ये जो आप देख रहे हो ये मेन एंट्रेंस है मैस की। आइए हम आपको मैस के अंदर लेके चलते हैं। ये टेबल लगे हुए हैं यहाँ पे, सुबह शाम दोपहर अगर बच्चे को जब भी भूख लगती है बच्चा आके यहाँ पे खाना खा सकता है। और यहाँ पे खाना खाते खाते अगर मनोरंजन के लिए LCD वगैरह सारा प्रॉपर बंदोबस्त है कैंटीन में। यहाँ पे पीछे ये देखिए, यहाँ पीछे खाना बनता है और वहाँ से खाना लाकर यहाँ पे रख दिया जाता है। रखने के बाद बच्चे अपने आप आगे सर्व कर देते हैं। ये हमारे एकेडमी के, अब हम जिम में आ चुके हैं। ये जैसे आप देख लीजिए, ये एकेडमी का खुद का जिम है पर्सनल, और यहाँ पे बच्चे सुबह शाम तैयारी करते हैं। जैसे दौड़ वगैरह की तैयारी करने के बाद बच्चे यहाँ पे लाए जाते हैं। यहाँ पे वो अपना जिम की जो प्रैक्टिस करनी होती है वो प्रैक्टिस करने के बाद उनको छुट्टी कर दी जाती है। जो चने वगैरह दिए जाते हैं, चने वगैरह देने के बाद नहाने धोने के बाद खाना खाने के बाद बच्चे आ जाते हैं क्लासों के अंदर। जैसे ये हमारी यहाँ से क्लासें शुरू हो जाती हैं। और यहाँ पे जैसे ये जो हमारा फिरोजपुर का बैच है,
इस क्लास के अंदर चलता है। ये जो हमारा है स्पेशल, ये सिर्फ फिरोजपुर का बैच है। और यहाँ पे ये फिरोजपुर का बैच जो आप देख रहे हो सामने आपके, ये फिरोजपुर का बैच चल रहा है। ये हमारे हैं संजय सर जो फिरोजपुर बैच को डील करते हैं, पढ़ाते हैं प्रॉपर। आइए अब मैं आपकी संजय सर से बात करवाता हूँ। ये चैनल देखने वालों को, ये हमारा फिरोजपुर का बैच है। अभी आप देख सकते हैं स्ट्रेंथ इनकी, ये बच्चे तैयारी कर रहे हैं एकेडमी में, ठीक है। और सभी एसएस आर्मी जीडी के लिए है, ये आर्मी जीडी का स्पेशल बैच है। ये उधर इंग्लिश का बैच स्पेशल चल रहा है हमारा जम्मू का। ये ओनली और ओनली फिरोजपुर का बैच है आर्मी जीडी का, ठीक है। आर्मी जीडी के लिए स्पेशल यहाँ पे तैयारी हो रही है। अब ये जो हमारी सेकंड क्लास है, सेकंड क्लास के अंदर एसएससी जीडी की क्लासें चलती हैं, जिसके अंदर प्रॉपर लड़के और लड़कियां भी होती हैं जो तैयारी कर रहे हैं। ये हमारे सर हैं जो नवदीप सर इनको एसएससी जीडी की तैयारी करवाते हैं। और ये बच्चे हैं जो बैठे हुए हैं जो एसएससी जीडी की तैयारी करते हैं। हाँ जी, अब हम बच्चों से पूछते हैं कि एकेडमी में आकर उनको बच्चों को कैसा लगा। की नाम है बच्चे का? ਨਾਮ ਰਣਜੀਤ ਸਿੰਘ ਕਰਨਾ, ਮੈਂ ਫਰੀਦਕੋਟ ਦਾ ਰਹਿਣ ਵਾਲਾ ਹਾਂ ਅਤੇ ਮੈਨੂੰ ਜੁਆਇਨ ਕੀਤਿਆਂ ਅਕੈਡਮੀ ਹੋ ਗਿਆ 9 ਦੇ 10 ਕੁ ਦਿਨ ਹੋ ਚੁੱਕੇ ਆ। ਐਂਡ ਮੈਨੂੰ ਬਹੁਤ ਵਧੀਆ ਲੱਗ ਰਿਹਾ ਇੱਥੇ ਰਹਿ ਕੇ, ਬਹੁਤ ਵਧੀਆ, ਮੈਨੂੰ ਬਹੁਤ ਵਧੀਆ ਚੀਜ਼ਾਂ ਕੁਝ ਸਿੱਖਣ ਨੂੰ ਮਿਲ ਰਹੀਆਂ। ਐਸਐਸਸੀ ਦੀ ਤਿਆਰੀ ਮੈਨੂੰ ਬਹੁਤ ਵਧੀਆ ਲੱਗ ਰਹੀ ਹੈ, ਪੜ੍ਹਾਈ ਬਹੁਤ ਵਧੀਆ ਕਰਾ ਰਿਹਾ ਸਰ। ਜੀਕੇ ਐਂਡ ਰੀਜ਼ਨਿੰਗ। ਖਾਣਾ ਕਿਵੇਂ ਦਾ ਅਕੈਡਮੀ ਦਾ? ਖਾਣਾ ਬਹੁਤ ਵਧੀਆ, ਜੋ ਵੀ ਮਿਲਦਾ ਬ੍ਰੇਕਫਾਸਟ ਵਗੈਰਾ ਮਿਲਦਾ, ਸਵੇਰ ਫਿਜ਼ੀਕਲ ਹੁੰਦਾ ਆ ਉੱਥੇ, ਜੋ ਵੀ ਛੋਲੇ ਵਗੈਰਾ ਜੋ ਵੀ ਸਾਰਾ ਸਮਾਨ ਬਹੁਤ ਵਧੀਆ ਮਿਲਦਾ ਆ। ਦੁਪਹਿਰ ਦਾ ਆਪਣਾ ਲੰਚ ਵਗੈਰਾ ਬਹੁਤ ਵਧੀਆ ਹੁੰਦਾ, ਡਿਨਰ ਵੀ ਬਹੁਤ ਵਧੀਆ ਹੁੰਦਾ ਆ। ਹਾਂਜੀ। ਤੇ ਰਹਿਣ ਦੀ ਫੈਸਿਲਿਟੀ ਕਿਵੇਂ ਦੀ ਅਕੈਡਮੀ ਦੀ? ਰਹਿਣ ਦੀ ਫੈਸਿਲਿਟੀ ਬਹੁਤ ਹੀ ਵਧੀਆ ਆ। ਇਹ 4 ਪਾਈ ਆਪਾਂ ਨੂੰ ਬੈਂਚ ਮਿਲਦਾ ਆ, ਉੱਪਰ ਇੱਕ ਗੱਦਾ ਮਿਲਦਾ, ਬਹੁਤ ਹੀ ਵਧੀਆ ਰਹਿਣ ਲਈ, ਮਜ਼ੇਦਾਰ ਨੀਂਦ ਆਉਂਦੀ ਆ, ਬਹੁਤ ਵਧੀਆ ਰਹਿਣ ਸਹਿਣ ਆ। वॉशरूम वगैरह सब कुछ, सारा कुछ प्रबंध आ, कोई रहने की तकलीफ नहीं है, बहुत बेस्ट है। आइए अब लड़कियों से जानते हैं कि लड़कियों को कैसा लगता है यहाँ पे। हाँ जी, आपका नाम? मेरा नाम कोमलप्रीत कौर है और मैं जलालाबाद से यहाँ आई हूँ। मुझे 3 महीने हो गए यहाँ तैयारी करते हुए। हमारे लिए गर्ल्स हॉस्टल अलग है, हमारे लिए लेडी वार्डन है, हमें सुबह कोच भी लेडी है हमारी, और हमें सुबह डाइट भी प्रॉपर मिलती है और फ्रेश डाइट मिलती है हमें। लंच और डिनर हमें प्रॉपर टाइम पे मिलता है और बहुत ही बढ़िया मिलता है हमें खाना पीना, और रहने की भी फैसिलिटी बहुत है। गर्ल्स हॉस्टल अलग है हमारा। ठीक है जी, जैसे आपने देखा कि ये लड़कियों का और लड़कों का रिव्यू था एकेडमी के बारे में कि कैसा उनको रहना खाना पीना कैसा दिया जाता है। आइए अब मैं आपको लेके चलता हूँ जम्मू बैच में, जहाँ पे हमारी स्पेशल इंग्लिश की क्लास चलती है। ये हमारा जम्मू का बैच जो आप मेरे पीछे देख रहे हो, यहाँ पे ये मोहित सर हैं, ये इंग्लिश का बैच, इनको इंग्लिश की तैयारी करवाते हैं जम्मू वालों को स्पेशल। और ये सारे जम्मू के बच्चे हैं, इंग्लिश की तैयारी करने वाले हैं। इनसे जम्मू वालों से पूछते हैं कि इनको एकेडमी में कैसा लगा और कैसा इनको खाना पीना रहना सारा कैसा लगा, इनसे पूछते हैं। क्या नाम है बेटा? सर मेरा नाम, पहले तो मैं आपको गुड आफ्टरनून बोलता हूँ सर। मेरा नाम मोहम्मद नवीद आलम सर, फ्रॉम जम्मू डिस्ट्रिक्ट पुंछ। सर जो कि आप बोल रहे हो कि एकेडमी का रहना सहना हमें बहुत बढ़िया लगा सर। खाना पीना और पढ़ाने की तो बात ही मत करो सर, क्या उस्ताद मिले हमें, लाजवाब उस्ताद, और सबसे बढ़िया उस्ताद हैं हमारे डायरेक्टर साहब, बहुत बढ़िया है। उनका जो भेदभाव है हमारे साथ, बहुत बढ़िया भेदभाव है, मानकर चलो कि बच्चों की तरह हमें देख रहे हैं सर। जय हिंद, मेरा नाम शकील अहमद, डिस्ट्रिक्ट पुंछ का रहने वाला हूँ। मैं यहाँ आर्मी ARO के लिए कोचिंग कर रहा हूँ। तो मैं बताऊँ यहाँ पे बहुत बढ़िया फैसिलिटी और बहुत बढ़िया टीचर, इतने हाई क्वालिफाइड मोस्ट इंटेलिजेंट टीचर मैंने अपनी लाइफ में पहली बार देखे, जिन्होंने हमें मैथ हमारे मलिक सर करवाते हैं, मोहित सर हमें साइंस करवाते हैं। तो बहुत ही अच्छे तरीके से हमें मैथ और साइंस की कोचिंग दी जा रही है, और मैंने इतने अच्छे उस्ताद, इतने अच्छे टीचर लाइफ में अपनी लाइफ में पहली बार मुझे मिले। मैं शुक्रिया अदा करना चाहता हूँ फरीद शौर्य सैनिक एकेडमी का, जिन्होंने हमें इतना बढ़िया सेंटर प्रोवाइड किया। जय। एकेडमी का खाना कैसा लगा आपको?
एकेडमी की कोई भी बात की जाए, हर फैसिलिटी बहुत ही अच्छी है, चाहे वो खाने की है, चाहे वो कोचिंग स्टडी के लिहाज से, चाहे फिर हमें कोई नमाज़ पढ़ने के लिए कोई अच्छा रूम प्रोवाइड, कोई भी फैसिलिटी एकेडमी हमें बहुत ही अच्छी प्रोवाइड किया है। मैं शौर्य सैनिक एकेडमी का दिल की गहराइयों से शुक्रिया अदा करना चाहता हूँ। जय हिंद। अभी हम एक और स्टूडेंट जुड़ रहे हैं। थैंक यू सर। क्या कहना चाहेंगे कि आप ये जो एकेडमी है सैनिक एकेडमी, जिसमें हर तरह की फैसिलिटीज़ अवेलेबल हैं, जिसमें हर्डल्स की बात कर लें, जिसमें मेस की बात कर लें, हॉस्टल फैसिलिटीज़ की बात कर लें, तो एक बहुत बढ़िया नेटवर्क में आप रह रहे हैं, क्या कहना चाहेंगे? सर बहुत अच्छा फील होता है जब यहाँ पे आप आते हैं। हमें पेरेंट्स की भी याद नहीं आती, क्योंकि यहाँ पे फैसिलिटीज़ बहुत हैं, खाना पीना बहुत अच्छा है और ट्रेनिंग हमारी बहुत बढ़िया चल रही है। जो हमारे कोच हैं वो नेशनल लेवल के हैं और हमारी जो स्टडी होती है वो वेल क्वालिफाइड टीचर से होती है, जो कि हमें बहुत अच्छा एनवायरनमेंट बना के देती है यहाँ। क्या कहना चाहोगे कि एक इंसान बनना, एक अपने आप में पॉजिटिविटी आने की, बॉडी लैंग्वेज की हम बात कर ले उसमें पॉजिटिविटी, एक मैनर्स और एक रूटीन वर्क, क्योंकि सुबह से लेकर जैसे सुबह उठते हैं तभी भागना, कि हम लोग एक उस एरा में चले जाते हैं जिसमें हम लोग एक बैंड सी लाइफ जीने लग जाते हैं, जिसमें मोबाइल किस समय देखना, हमने टीवी किस समय देखना है, खाना कब खाना है, तो एक रूटीन सी बन जाती है। यस सर, बिल्कुल बन जाती है। जो आर्मी है वो जानिए अपने डिसिप्लिन के लिए जाती है, तो जब हम यहाँ पे ट्रेनिंग करते हैं या पढ़ाई करते हैं या स्टडी करते हैं जब, तो हमें उस हिसाब से डाला जाता है और हमारा टाइम टेबल बनाया जाता है कि हम कौन सी चीज़ किसने समय किसके ऊपर डोनेट करना है, तो वो हमें बहुत हेल्प करती है हमारे आने वाले फ्यूचर के लिए।